ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9ਵੀਂ ਕਲਾਸ ਦੀ ਕਿਤਾਬ ਸਮਾਜਿਕ ਸਿੱਖਿਆ ਸੋਸ਼ਲ ਸਟੱਡੀਜ਼ ਤੇ ਉਹਦੇ ਇਕਨੋਮਿਕ ਸੈਕਸ਼ਨ ਦਾ ਚੌਥਾ ਪਾਰਟ ਜੋ ਕਿ ਹੈਗਾ ਭਾਰਤ ਵਿੱਚ ਅੰਨ ਸੁਰੱਖਿਆ ਫੂਡ ਸਿਕਿਉਰਿਟੀ। ਤੇ ਅੱਜ ਚਰਚਾ ਕਰਾਂਗੇ ਆਪਾਂ ਇਸ ਪਾਠ ਦੇ ਪਾਠ ਅਭਿਆਸ ਬਾਰੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਅਭਿਆਸ ਦੇ ਪ੍ਰਸ਼ਨ। ਊੜਾ ਖਾਲੀ ਸਥਾਨ ਭਰੋ। ਪਹਿਲਾ ਪ੍ਰਸ਼ਨ, ਸਰਕਾਰ ਨੇ ਗਰੀਬਾਂ ਨੂੰ ਵਾजिब कीमत ते अन्न उपलब्ध करवाउण लई सार्वजनिक वंड प्रणाली शुरू की है। दूजा, 1943 ਵਿੱਚ ਭਾਰਤ ਦੇ ਬੰਗਾਲ ਰਾਜ ਵਿੱਚ ਬਹੁਤ ਵੱਡਾ ਕਾਲ ਪਿਆ। ਤੀਜਾ, ਔਰਤਾਂ ਅਤੇ ਬੱਚੇ ਕੁਪੋਸ਼ਣ ਦਾ ਵੱਧ ਸ਼ਿਕਾਰ ਹੁੰਦੇ ਹਨ। ਚੌਥਾ ਪ੍ਰਸ਼ਨ, ਰਾਸ਼ਨ ਕਾਰਡ बहुत गरीब वर्ग ਲਈ ਜਾਰੀ ਕੀਤਾ ਜਾਂਦਾ ਹੈ। ਪੰਜਵਾਂ ਪ੍ਰਸ਼ਨ, ਫਸਲਾਂ ਦੀ ਪਹਿਲਾ ਐਲਾਨ ਕੀਤੀ ਕੀਮਤ ਨੂੰ ਘੱਟੋ ਘੱਟ ਸਮਰਥਨ ਕੀਮਤ ਕਿਹਾ ਜਾਂਦਾ ਹੈ। ਅੱਗੇ ਐੜਾ ਬਹੁ ਵਿਕਲਪੀ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈਗਾ, ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ? ਇੰਪੋਰਟੈਂਟ ਹੈ। ए अंत्योदय कार्ड, बी बीपीएल कार्ड, सी एपीएल कार्ड, डी सीपीएल कार्ड। आंसर है बीपीएल कार्ड। दूजा प्रश्न, डैश अन्न सुरक्षा का एक सूचक है? दूध, पानी, भुख या हवा? आंसर है भुख। ਤੀਜਾ ਪ੍ਰਸ਼ਨ, ਫਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਕੀ ਕਿਹਾ ਜਾਂਦਾ ਹੈ? ਏ ਨਿਊਨਤਮ ਸਮਰਥਨ ਕੀਮਤ, ਬੀ ਇਸ਼ੂ ਕੀਮਤ, ਸੀ ਘੱਟੋ ਤੋਂ ਘੱਟ ਕੀਮਤ, ਦੀ ਉਚਿਤ ਕੀਮਤ। ਆਨਸਰ ਏ ਨਿਊਨਤਮ ਸਮਰਥਨ ਕੀਮਤ। ਚੌਥਾ ਪ੍ਰਸ਼ਨ, ਬੰਗਾਲ ਕਾਲ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਅਕਾਲ ਵਰਗੀ ਸਥਿਤੀ ਪੈਦਾ ਹੋਈ? ਕਰਨਾਟਕਾ, पंजाब, ओडिशा या मध्य प्रदेश? आंसर है सी ओडिशा। पंजवा प्रश्न, केड़ी सहकारी संस्था गुजरात विच दूध अते दूध पदार्थ बेचती है? सारिਆਂ ਨੂੰ पता होएगा अमूल, वेरका, मदर डेयरी या सुधा। आंसर है ए अमूल। इंपॉर्टेंट है। ਤੀਜਾ ਸਹੀ ਗਲਤ। ਪਹਿਲਾ ਪ੍ਰਸ਼ਨ, ਅੰਨ ਦੇ ਉਪਲਬਧ ਹੋਣ ਤੋਂ ਭਾਵ ਹੈ ਕਿ ਦੇਸ਼ ਦੇ ਅੰਦਰ ਅੰਨ ਪੈਦਾ ਨਹੀਂ ਕੀਤਾ ਜਾਂਦਾ। ਗਲਤ। ਦੂਜਾ ਪ੍ਰਸ਼ਨ, ਭੁੱਖ ਅੰਨ ਸੁਰੱਖਿਆ ਦਾ ਇੱਕ ਸੂਚਕ ਹੈ। ਸਹੀ। ਤੀਜਾ, ਰਾਸ਼ਨ ਦੀਆਂ ਦੁਕਾਨਾਂ ਨੂੰ ਉਚਿਤ ਮੁੱਲ ਤੇ ਸਮਾਨ ਵੇਚਣ ਵਾਲੀਆਂ ਦੁਕਾਨਾਂ ਵੀ ਕਿਹਾ ਜਾਂਦਾ ਹੈ। ਗਲਤ। ਚੌਥਾ, पंजाब राज्य विच मार्कफेड भारत विच सब तो वड्डी खरीदो फरोख्त सहकारी संस्था है। गलत। अगे बहुत छोटे उत्तरां वाले प्रश्न। पहला प्रश्न, अन्न सुरक्षा तो की भाव है? उत्तर, अन्न सुरक्षा का अर्थ है सारे लोगों के लिए हमेशा वास्ते भोजन उपलब्ध पहुंच अते उसनूं प्राप्त करन दी समर्था। दूजा प्रश्न, अन्न सुरक्षा की जरूरत क्यों है? उत्तर, अन्न सुरक्षा की जरूरत लगातार अते तेज गति दे नाल वध रही जनसंख्या दे लई है। तीजा प्रश्न, काल तो की भाव है? उत्तर, काल का अर्थ है अनाज वेच होण वाली ज्यादा तो ज्यादा दुर्लभता। चौथा प्रश्न, महामारियां दियां दो उदाहरण दियो। इंपॉर्टेंट क्वेश्चन है। उत्तर, पहला, भारत विच 1974 विच चेचक, भारत विच 1994 विच प्लेग। अगे पंजवा प्रश्न, बंगाल दा अकाल कदों वापरिया सी? उत्तर, 1943 ईस्वी विच। ये बहुत इंपॉर्टेंट क्वेश्चन सी। अगे छेवां प्रश्न है, बंगाल दे अकाल दौरान कितने लोग मारे गए? उत्तर, बंगाल दे अकाल विच 30 लाख लोग मारे गए सन। सतवां प्रश्न, अकाल दे दौरान किहड़े लोग ज्यादा पीड़ित हुंदे हन? उत्तर,
ਬੱਚੇ ਅਤੇ ਔਰਤਾਂ ਅਕਾਲ ਵਿੱਚ ਸਭ ਤੋਂ ਜ਼ਿਆਦਾ ਪੀੜਿਤ ਹੁੰਦੇ ਹਨ। 8ਵਾਂ ਪ੍ਰਸ਼ਨ, ਹੱਕ ਦੀ ਧਾਰਨਾ ਕਿਸ ਵਿਅਕਤੀ ਨੇ ਦਿੱਤੀ? ਉੱਤਰ ਡਾਕਟਰ ਅਮਰਤਿਆ ਸੇਨ ਨੇ। 9ਵਾਂ ਪ੍ਰਸ਼ਨ, ਅਨਅਸੁਰੱਖਿਅਤ ਲੋਕ ਕੌਣ ਹਨ? ਉੱਤਰ ਭੂਮੀਹੀਨ ਲੋਕ, परंपरागत कारीगर, अनुसूचित जाति, जनजाति दे लोग आदि। ये भी इंपॉर्टेंट सी। 10वां प्रश्न, ਉਹਨਾਂ ਖੇਤਰਾਂ ਦੇ ਨਾਮ ਲਿਖੋ ਜਿੱਥੇ ਅਸੁਰੱਖਿਅਤ ਲੋਕ ਜ਼ਿਆਦਾ ਗਿਣਤੀ ਵਿੱਚ ਰਹਿੰਦੇ ਹਨ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਝਾਰਖੰਡ, ਬੰਗਾਲ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦਾ ਕੁਝ ਭਾਗ। ਤੀਜਾ, ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ, ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਇੰਪੋਰਟੈਂਟ। ਉੱਤਰ ਹਰੀ ਕ੍ਰਾਂਤੀ ਤੋਂ ਭਾਵ ਭਾਰਤ ਵਿੱਚ ਖਾਦ ਅਨਾਜ ਵਿੱਚ ਹੋਣ ਵਾਲੇ ਉਸ ਵਾਧੇ ਤੋਂ ਹੈ ਜੋ 1966 ਤੋਂ 67 ਵਿੱਚ ਖੇਤੀ ਵਿੱਚ ਨਵੀਆਂ ਤਕਨੀਕਾਂ ਲਾਉਣ ਨਾਲ ਪੈਦਾ ਹੋਇਆ। ਇਸ ਨਾਲ ਖੇਤੀ ਉਤਪਾਦਨ 25 ਗੁਣਾ ਵੱਧ ਗਿਆ ਸੀ। ਇਹ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ, ਇਸ ਲਈ ਇਸ ਨੂੰ ਹਰੀ ਕ੍ਰਾਂਤੀ ਕਿਹਾ ਜਾਂਦਾ ਹੈ ਜਾਂ ਨਾਂ ਦਿੱਤਾ ਗਿਆ ਹੈ। ਦੂਜਾ ਪ੍ਰਸ਼ਨ, ਬਫਰ ਭੰਡਾਰ ਤੋਂ ਕੀ ਭਾਵ ਹੈ? ਉੱਤਰ ਬਫਰ ਭੰਡਾਰ ਭਾਰਤੀ ਖਾਦ ਨਿਗਮ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਪ੍ਰਾਪਤ ਅਨਾਜ, ਕਣਕ ਅਤੇ ਚਾਵਲ ਦਾ ਭੰਡਾਰ ਹੈ। ਭਾਰਤੀ ਖਾਦ ਨਿਗਮ ਆਦਿ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿੱਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ। ਕਿਸਾਨਾਂ ਨੂੰ ਉਹਨਾਂ ਦੇ ਅਨਾਜ ਦੇ ਬਦਲੇ ਪਹਿਲਾਂ ਤੋਂ ਘੋਸ਼ਿਤ ਕੀਮਤ ਦਿੱਤੀ ਜਾਂਦੀ ਹੈ। ਇਸ ਨੂੰ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਹਨ। ਤੀਜਾ ਪ੍ਰਸ਼ਨ, ਜਨਤਕ ਵੰਡ ਪ੍ਰਣਾਲੀ ਤੋਂ ਕੀ ਭਾਵ ਹੈ? ਉੱਤਰ ਭਾਰਤੀ ਖਾਦ ਨਿਗਮ ਦੁਆਰਾ ਪ੍ਰਾਪਤ ਅਨਾਜ ਨੂੰ ਸਰਕਾਰ ਨਿਯਮਿਤ ਰਾਸ਼ਨ ਦੁਕਾਨਾਂ ਤੇ ਮਾਪਿਆਂ ਦੇ ਮਾਧਿਅਮ ਨਾਲ ਸਮਾਜ ਦੇ ਗਰੀਬ ਵਰਗਾਂ ਵਿੱਚ ਵੰਡ ਦਿੰਦੀ ਹੈ। ਇਸ ਨੂੰ ਸਰਵਜਨਿਕ ਵੰਡ ਪ੍ਰਣਾਲੀ ਕਹਿੰਦੇ ਹਨ। ਹੁਣ ਜ਼ਿਆਦਾਤਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਟਿਪੂ ਦੀਆਂ ਦੁਕਾਨਾਂ ਹਨ। ਦੇਸ਼ ਭਰ ਵਿੱਚ ਲਗਭਗ 4.6 ਲੱਖ ਰਾਸ਼ਨ ਦੀਆਂ ਦੁਕਾਨਾਂ ਹਨ। ਰਾਸ਼ਨ ਦੀਆਂ ਦੁਕਾਨਾਂ, ਜਿਸ ਨੂੰ ਉਚਿਤ ਮੁੱਲ ਦੀਆਂ ਦੁਕਾਨਾਂ ਕਿਹਾ ਜਾਂਦਾ ਹੈ, ਇਹਨਾਂ ਵਿੱਚ ਖੰਡ, ਖਾਦ, ਅਨਾਜ ਅਤੇ ਭੋਜਨ ਪਕਾਉਣ ਲਈ ਮਿੱਟੀ ਦੇ ਤੇਲ ਦੇ ਭੰਡਾਰ ਹਨ। ਚੌਥਾ ਪ੍ਰਸ਼ਨ, ਨਿਊਨਤਮ ਸਮਰਥਨ ਕੀਮਤ ਕੀ ਹੁੰਦੀ ਹੈ? ਉੱਤਰ ਭਾਰਤੀ ਖਾਦ ਨਿਗਮ ਅਧਿਸ਼ੇਸ਼ ਉਤਪਾਦਨ ਵਾਲੇ ਰਾਜਾਂ ਵਿੱਚ ਕਿਸਾਨਾਂ ਤੋਂ ਅਨਾਜ ਅਤੇ ਚਾਵਲ ਖਰੀਦਦੇ ਹਨ। ਕਿਸਾਨਾਂ ਨੂੰ ਉਹਨਾਂ ਦੀ ਉਪਜ ਦੇ ਬਦਲੇ ਪਹਿਲਾਂ ਤੋਂ ਘੋਸ਼ਿਤ ਕੀਮਤਾਂ ਦੇ ਦਿੱਤੀਆਂ ਜਾਂਦੀਆਂ ਹਨ। ਇਸ ਮੁੱਲ ਨੂੰ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਹਨ। ਇਹਨਾਂ ਫਸਲਾਂ ਨੂੰ ਜ਼ਿਆਦਾ ਉਤਪਾਦਿਤ ਕਰਵਾਉਣ ਦੇ ਲਈ ਸਰਕਾਰ ਬਿਜਾਈ ਦੇ ਮਾਧਿਅਮ ਨਾਲ ਪਹਿਲੇ ਸਰਕਾਰ ਘੱਟੋ ਘੱਟ ਸਮਰਥਨ ਕੀਮਤ ਦੀ ਘੋਸ਼ਣਾ ਕਰ ਦਿੰਦੀ ਹੈ। ਇਸੇ ਚੀਜ਼ ਨੂੰ ਆਪਾਂ ਨਿਊਨਤਮ ਸਮਰਥਨ ਕੀਮਤ ਵੀ ਕਹਿੰਦੇ ਹਾਂ। ਪੰਜਵਾਂ ਪ੍ਰਸ਼ਨ, ਮੌਸਮੀ ਭੁੱਖ ਅਤੇ ਮਿਆਦੀ ਭੁੱਖ ਤੋਂ ਕੀ ਭਾਵ ਹੈ? ਉੱਤਰ ਮੌਸਮੀ ਭੁੱਖ ਅਨਾਜ ਵਾਲੀਆਂ ਫਸਲਾਂ ਦੇ ਬੀਜਣ ਅਤੇ ਕਟਾਈ ਦੇ ਚੱਕਰ ਨਾਲ ਸੰਬੰਧਿਤ ਹੁੰਦੀ ਹੈ। ਪੇਂਡੂ ਖੇਤਰਾਂ ਵਿੱਚ ਇਹ ਖੇਤੀਬਾੜੀ ਦੀਆਂ ਮੌਸਮੀ ਕਿਰਿਆਵਾਂ ਕਰਕੇ ਹੁੰਦੀ ਹੈ ਤੇ ਸ਼ਹਿਰੀ ਖੇਤਰ ਵਿੱਚ ਇਹ ਦਿਹਾੜੀਦਾਰ ਕਿਰਤ ਕਰਕੇ ਹੁੰਦੀ ਹੈ। ਦੂਜੇ ਪਾਸੇ ਮਿਆਦੀ ਭੁੱਖ ਤੋਂ ਭਾਵ ਹੈ ਜਦੋਂ ਕਿਸੇ ਵਿਅਕਤੀ ਨੂੰ ਲੋੜੀਂਦੀ ਮਾਤਰਾ ਤੇ ਗੁਣਵੱਤਾ ਵਿੱਚ ਖੁਰਾਕ ਨਿਰੰਤਰ ਨਹੀਂ ਮਿਲਦੀ। ਗਰੀਬ ਵਿਅਕਤੀਆਂ ਦੀ ਆਮਦਨ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਉਹ ਆਪਣੇ ਪੇਟ ਭਰਨ ਲਈ ਵੀ ਭੋਜਨ ਨਹੀਂ ਖਰੀਦ ਸਕਦੇ ਅਤੇ ਮਿਆਦੀ ਭੁੱਖ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਫਰਕ ਸਮਝਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਅੱਗੇ ਚੱਲਦੇ ਹਾਂ ਹੁਣ ਆਪਾਂ ਅਗਲੇ ਕੁਐਸਚਨ ਵੱਲ। 6ਵਾਂ ਕੁਐਸਚਨ, ਇਹਦੇ ਵਿੱਚ ਕਿਹਾ ਗਿਆ ਹੈ, ਬਫਰ ਭੰਡਾਰ ਸਰਕਾਰ ਵੱਲੋਂ ਕਿਉਂ ਰੱਖਿਆ ਜਾਂਦਾ ਹੈ? ਉੱਤਰ ਬਫਰ ਭੰਡਾਰ ਸਰਕਾਰ ਵੱਲੋਂ ਬਣਾਉਣ ਦਾ ਮੁੱਖ ਉਦੇਸ਼ ਜ਼ਰੂਰਤਾਂ ਵਾਲੇ ਰਾਜਾਂ ਜਾਂ ਖੇਤਰਾਂ ਵਿੱਚ ਅਤੇ ਸਮਾਜ ਦੇ ਗਰੀਬ ਵਰਗਾਂ ਵਿੱਚ ਬਾਜ਼ਾਰ ਕੀਮਤ ਤੋਂ ਘੱਟ ਕੀਮਤ ਤੇ ਅਨਾਜ ਦੀ ਵੰਡ ਦੇ ਲਈ ਕੀਤਾ ਜਾਂਦਾ ਹੈ। ਇਸ ਕੀਮਤ ਨੂੰ ਨਿਰਗਮ ਕੀਮਤ ਵੀ ਕਹਿੰਦੇ ਹਨ। ਇਹ ਖਰਾਬ ਮੌਸਮ ਵਿੱਚ ਜਾਂ ਫਿਰ ਸੰਕਟ ਕਾਲ ਵਿੱਚ ਅਨਾਜ ਦੀ ਸਮੱਸਿਆ ਹੱਲ ਕਰਨ ਵਿੱਚ ਵੀ ਮਦਦ ਕਰਦੀ ਹੈ। 7ਵਾਂ ਪ੍ਰਸ਼ਨ,
ਇਸ਼ੂ ਕੀਮਤ ਤੋਂ ਕੀ ਭਾਵ ਹੈ? ਉੱਤਰ, ਸਰਕਾਰ ਦਾ ਮੁੱਖ ਉਦੇਸ਼ ਅਨਾਜ ਦੀ ਘਾਟ ਵਾਲੇ ਖੇਤਰਾਂ ਵਿੱਚ ਅੰਨ ਉਪਲਬਧ ਕਰਵਾਉਣਾ ਹੈ। ਇਸ ਉਦੇਸ਼ ਦੀ ਪੂਰਤੀ ਦੇ ਲਈ ਸਰਕਾਰ ਬਫਰ ਭੰਡਾਰ ਬਣਾਉਂਦੀ ਹੈ ਤਾਂ ਕਿ ਸਮਾਜ ਦੇ ਗਰੀਬ ਵਰਗਾਂ ਨੂੰ ਬਾਜ਼ਾਰ ਕੀਮਤ ਤੋਂ ਘੱਟ ਕੀਮਤ ਤੇ ਖਾਣ ਦਾ ਸਮਾਨ ਉਪਲਬਧ ਹੋ ਸਕੇ। ਇਸ ਘੱਟੋ ਘੱਟ ਕੀਮਤ ਨੂੰ ਹੀ ਇਸ਼ੂ ਕੀਮਤ ਕਿਹਾ ਜਾਂਦਾ ਹੈ। ਅੱਗੇ 8ਵਾਂ ਪ੍ਰਸ਼ਨ, ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ। ਉੱਤਰ, ਰਾਸ਼ਨ ਦੀਆਂ ਦੁਕਾਨਾਂ ਦੇ ਮਾਲਿਕ ਕਈ ਵਾਰ ਜ਼ਿਆਦਾ ਲਾਭ ਕਮਾਉਣ ਦੇ ਲਈ ਅਨਾਜ ਨੂੰ ਖੁੱਲੇ ਬਾਜ਼ਾਰ ਵਿੱਚ ਵੇਚ ਦਿੰਦੇ ਹਨ। ਕਈ ਵਾਰ ਘਟੀਆਂ ਕਿਸਮ ਦੀ ਉਪਜ ਵੇਚਦੇ ਹਨ। ਦੁਕਾਨਾਂ ਜ਼ਿਆਦਾਤਰ ਬੰਦ ਰੱਖਦੇ ਹਨ। ਇਸ ਦੇ ਇਲਾਵਾ FCI ਦੇ ਗੋਦਾਮਾਂ ਵਿੱਚ ਅਨਾਜ ਦਾ ਵਿਸ਼ਾਲ ਸਟਾਕ ਜਮ੍ਹਾਂ ਹੋ ਰਿਹਾ ਹੈ ਜੋ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ। ਹਾਲ ਦੇ ਸਾਲਾਂ ਵਿੱਚ ਕਾਰਡ ਵੀ 3 ਪ੍ਰਕਾਰ ਦੇ ਕਰ ਦਿੱਤੇ ਗਏ ਹਨ ਜਿਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹੜੇ 3 ਕਾਰਡ ਹੈਗੇ ਨੇ ਮੈਨੂੰ ਬੁੱਕ ਚੋਂ ਲੱਭ ਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। 9ਵਾਂ ਪ੍ਰਸ਼ਨ, ਅੰਨ ਦੀ ਪੂਰਤੀ ਲਈ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਦੀ ਵਿਆਖਿਆ ਕਰੋ। ਉੱਤਰ, ਭਾਰਤ ਵਿੱਚ ਵਿਸ਼ੇਸ਼ ਕਰਕੇ ਦੇਸ਼ ਦੇ ਦੱਖਣੀ ਅਤੇ ਪੱਛਮੀ ਭਾਗਾਂ ਵਿੱਚ ਸਹਿਕਾਰੀ ਸੰਸਥਾਵਾਂ ਵੀ ਅੰਨ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਸਹਿਕਾਰੀ ਸਮਿਤੀਆਂ ਗਰੀਬ ਲੋਕਾਂ ਨੂੰ ਖਾਣ ਦੀਆਂ ਵਸਤੂਆਂ ਨੂੰ ਵੇਚਣ ਦੇ ਲਈ ਘੱਟ ਕੀਮਤਾਂ ਵਾਲੀਆਂ ਦੁਕਾਨਾਂ ਖੋਲ੍ਹਦੀ ਹੈ, ਜਿਵੇਂ ਤਾਮਿਲਨਾਡੂ, ਦਿੱਲੀ, ਗੁਜਰਾਤ, ਪੰਜਾਬ ਆਦਿ ਰਾਜਾਂ ਵਿੱਚ ਸਹਿਕਾਰੀ ਸੰਸਥਾਵਾਂ ਹਨ ਜਿਹੜੀਆਂ ਲੋਕਾਂ ਨੂੰ ਸਸਤਾ ਦੁੱਧ, ਸਬਜ਼ੀ, ਅਨਾਜ ਆਦਿ ਮੁਹੱਈਆ ਕਰਵਾ ਰਹੀਆਂ ਹਨ। ਇੰਪੋਰਟੈਂਟ ਕੁਐਸਚਨ ਸੀ ਤੇ ਉਮੀਦ ਕਰਦੀ ਹਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਸਾਰਿਆਂ ਨੂੰ ਸਮਝ ਆ ਗਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।